ਇਹ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਆ। ਸੁਨੀਲ ਕੁਮਾਰ ਸ਼ਰਮਾ ਨਾਂ ਦੇ ਜਿਹੜੇ ਇਨਸਾਨ ਆਪਾਂ ਜਦੋਂ ਵੀ ਨਵੰਬਰ ਦੇ ਵਿੱਚ ਜੀ ਗੁਰਦੁਆਰਾ ਸਾਹਿਬ ਟਾਇਰਾਬਿਊਨ ਜਿੱਥੇ ਨਗਰ ਕੀਰਤਨ ਹੁੰਦਾ ਸੀ, ਉੱਥੇ ਬਲੱਡ ਡੋਨੇਸ਼ਨਸ ਦੇ ਕੈਂਪ ਜਿਹੜੇ ਲੱਗਦੇ ਸੀਗੇ, ਬੱਸਾਂ ਜਿਹੜੀਆਂ ਹੁੰਦੀਆਂ ਸੀ, ਇਹਨਾਂ ਦੇ ਨਾਲ ਕਈ ਸਾਲ ਆਪਾਂ ਗੱਲਬਾਤ ਜਿਹੜੀ ਉਹ ਕੀਤੀ ਆ। ਸੁਨੀਲ ਕੁਮਾਰ ਸ਼ਰਮਾ ਦਾ ਕੱਲ ਜਿਹੜਾ ਉਹ ਦੇਹਾਂਤ ਹੋ ਗਿਆ। ਉਹ ਇੱਕ ਨਾਮੁਰਾਦ ਬਿਮਾਰੀ ਤੋਂ ਜਿਹੜੇ ਉਹ ਪੀੜਤ ਸੀਗੇ ਤੇ 62 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਸੀਗੀ। ਇਹਨਾਂ ਨੇ ਹਮੇਸ਼ਾ ਹੀ ਜਿਹੜੀ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਦੀ ਜਿਹੜੀ ਕੈਂਪੇਨ ਆ, ਕੱਲੀ ਅਮਰੀਕਾ 'ਚ ਨਹੀਂ, ਕੈਨੇਡਾ ਦੇ BC ਦੇ ਜਿਹੜੇ ਉਹ ਨਿਵਾਸੀ ਸੀਗੇ। ਸੋ ਉੱਥੇ ਉਹਨਾਂ ਨੇ ਇਸ ਦੇ ਵਿੱਚ ਸ਼ੁਰੂਆਤ ਕੀਤੀ। ਸੋ ਇਨਸਾਨੀਅਤ ਦੇ ਲਈ ਜੋ ਸਿੱਖਾਂ ਦਾ ਉੱਥੇ ਘਾਣ ਹੋਇਆ, ਜੋ ਮਾਈਨੋਰਟੀਜ਼ ਦੇ ਨਾਲ ਜੋ ਭਾਰਤ ਦੇ ਵਿੱਚ ਹੋਇਆ, ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇੱਕ ਪੰਥ ਦੇ ਅਣਥੱਕ ਸੇਵਾਦਾਰ ਕਹਿ ਸਕਦੇ ਜਿਹੜੇ ਆਪਣੇ ਸੁਨੀਲ ਕੁਮਾਰ ਸ਼ਰਮਾ, ਉਹ ਅੱਜ ਇਸ ਦੁਨੀਆ ਦੇ ਵਿੱਚ ਜਿਹੜੇ ਉਹ ਨਹੀਂ ਰਹੇ। ਹਮੇਸ਼ਾ ਹੀ ਪੰਥਕ ਇਕੱਠਾਂ 'ਚ, ਸੈਮੀਨਾਰਾਂ 'ਚ, ਖੂਨਦਾਨ ਕੈਂਪਾਂ 'ਚ ਤੇ ਹੋਰ ਮੁਜ਼ਾਹਰਿਆਂ ਦੇ ਵਿੱਚ ਵੀ ਇਹ ਜਿਹੜੇ ਆ ਮੋਹਰੀ ਭੂਮਿਕਾ ਨਿਭਾਉਂਦੇ ਜਿਹੜੇ ਹੋ ਰਹੇ ਆ। ਸੋ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਆ, ਉਹ ਕਹਿ ਸਕਦੇ ਹਾਂ ਵੀ ਪੰਥ ਦੇ ਇੱਕ ਅਜਿਹੇ ਸੇਵਾਦਾਰ ਦੇ ਜਾਣ ਦੇ ਨਾਲ ਉਹ ਪੂਰਾ ਨਹੀਂ ਹੋਣਾ ਆ, ਉਹ ਖਾਲੀ ਜਿਹੜਾ ਹੋਇਆ ਆ। ਤੇ ਅਸੀਂ ਇਹੀ ਅਰਦਾਸ ਕਰਦੇ ਹਾਂ, ਪ੍ਰਮਾਤਮਾ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਇਹੀ ਨਾਲ ਦੇ ਨਾਲ ਆਪਾਂ ਆਸ ਉਮੀਦ ਵੀ ਰੱਖਦੇ ਹਾਂ ਵੀ ਅਜਿਹੇ ਸੇਵਾਦਾਰਾਂ ਵੱਲ ਦੇਖ ਕੇ ਬਾਕੀ ਵੀ ਜਿਹੜੇ ਪੰਥ ਦੇ ਵਿੱਚ ਨਾਲ ਜੁੜੇ ਹੋਏ ਜੋ ਲੋਕ ਨੇ, ਉਹ ਇੱਦਾਂ ਦੀ ਜਿਹੜੀ ਸੇਵਾ ਦੇ ਵਿੱਚ ਤਨ ਮਨ ਧਨ ਦੇ ਨਾਲ ਜਿਹੜੀ ਉਹ ਸੇਵਾ ਕਰਦੇ ਰਹਿਣ। ਬੜੀਆਂ ਮਿੱਠੀਆਂ ਯਾਦਾਂ ਆ ਹਰਜੋਤ ਸਿੰਘ ਜੀ। ਹਮੇਸ਼ਾ ਜਦੋਂ ਵੀ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਹੈ ਮੈਂ, ਉਹ ਹਮੇਸ਼ਾ ਕਹਿੰਦੇ ਯਾਰ ਮੇਰੇ ਨਾਲ ਗੱਲ ਕਰਨ ਦੀ ਬਜਾਏ ਤੁਸੀਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਓ, ਲੋਕਾਂ ਨੂੰ ਪ੍ਰੇਰਿਤ ਕਰੀਏ ਵੀ ਇਹ ਵੀ ਜਿਹੜੇ ਬਲੱਡ ਡੋਨੇਟ ਕਰਕੇ ਉਹਨਾਂ ਸ਼ਹੀਦਾਂ ਦਾ ਜਿਹੜਾ ਡੁੱਲਿਆ ਖੂਨ ਆ, ਉਹਨਾਂ ਦੇ ਲਈ ਆਪਾਂ ਜਿਉਂਦੇ ਜੀ ਜਿਹੜਾ ਉਹ ਕੁਛ ਕਰ ਗਏ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਜਾਣਾ ਜਦੋਂ ਖੂਨਦਾਨ ਕਰਦਾ ਆ ਤਾਂ 3 ਜਾਨਾਂ ਇੱਕ ਖੂਨਦਾਨ ਦੇ ਨਾਲ ਜਿਹੜੀਆਂ ਉਹ ਬਚਦੀਆਂ ਆ। ਸੋ ਉਹਨਾਂ ਦੀ ਇਹੀ ਕੋਸ਼ਿਸ਼ ਜਿਹੜੀ ਉਹ ਹਮੇਸ਼ਾ ਜਿਹੜੀ ਉਹ ਰਹੀ ਆ। ਸੋ ਬੜੇ ਹੀ ਮਿੱਠੇ ਸੁਭਾਅ ਦੇ, ਮਿੱਠ ਬੋਲੜੇ ਸੀਗੇ ਤੇ ਉਹਨਾਂ ਦੀ ਇਸ ਕੀਤੀ ਗਈ ਨਿਭਾਈ ਹੋਈ ਸੇਵਾ ਨੂੰ ਆਪਾਂ ਜਿਹੜਾ ਉਹ ਸਲੂਟ ਕਰਦੇ ਹਾਂ, ਯਾਦ ਕਰਦੇ ਹਾਂ ਤੇ ਅੱਜ ਉਹਨਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਜੀ। ਸੋ ਬਿਲਕੁਲ ਉਹ ਜਿਹੜਾ ਸਰੀ ਡੈਲਟਾ ਆ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ 'ਚ, ਉੱਥੇ ਰਹਿੰਦੇ ਸੀ ਲਗਭਗ 30 ਸਾਲਾਂ ਤੋਂ ਵੱਧ ਸਮੇਂ ਤੋਂ, ਤੇ ਲੁਧਿਆਣਾ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸੀਗੇ। ਤੇ ਤੁਸੀਂ ਬਹੁਤ ਵਾਰ ਸਾਡੀਆਂ ਇੰਟਰਵਿਊਜ਼ ਰਾਜ ਕਨਵੀਰ ਸਿੰਘ ਉਹਨਾਂ ਨਾਲ, ਜਦੋਂ ਕੈਨੇਡਾ ਵਾਲੇ ਜੂਨ 1984 ਦੀ ਯਾਦ ਦੇ ਵਿੱਚ ਨਗਰ ਕੀਰਤਨ ਹੁੰਦਾ ਹੈਗਾ ਆ, ਉੱਥੇ ਆਪਣੀਆਂ ਉਹ ਬੱਸਾਂ ਲੈ ਕੇ ਆਉਂਦੇ ਸੀ ਨਵੰਬਰ ਦੇ ਵਿੱਚ ਆਉਂਦਾ ਆਪਣੇ ਨਵੰਬਰ ਦੇ ਇੱਥੇ। ਵਿੱਚ, ਨਵੰਬਰ 'ਚ ਜਦੋਂ ਯੂਬਾ ਸਿਟੀ 'ਚ ਨਗਰ ਕੀਰਤਨ ਹੁੰਦਾ ਬਾਕੀ ਤੇ ਉਹ BC ਕੈਨੇਡਾ ਦੇ ਵਿੱਚ ਤਾਂ ਬਹੁਤ ਉਹ ਈਅਰ ਅਰਾਊਂਡ ਜੂਨ ਦੇ ਵਿੱਚ ਵੀ, ਨਵੰਬਰ 'ਚ ਵੀ ਉੱਥੇ ਕਰਦੇ ਹੀ ਰਹਿੰਦੇ ਸੀਗੇ ਜੀ। ਸੋ ਕਹਿੰਦੇ ਵੀ ਕਿਤੇ ਵੀ ਕੋਈ ਪੰਥਕ ਇਕੱਠ ਹੁੰਦਾ ਸੀ ਤੇ ਕੋਈ ਵੀ ਜਿੱਦਾਂ ਹਿਊਮਨ ਰਾਈਟਸ ਦੀ ਗੱਲ ਹੁੰਦੀ ਸੀ, ਸੈਮੀਨਾਰ ਹੁੰਦਾ ਸੀ, ਖੂਨਦਾਨ ਕੈਂਪ ਹੁੰਦਾ ਸੀ, ਸਭ ਤੋਂ ਵੱਧ ਅੱਗੇ ਜਿਹੜੇ ਅੱਗੇ ਵੱਧ ਚੜ੍ਹ ਕੇ ਜਿਹੜੇ ਉਹ ਸੇਵਾ ਕਰਦੇ ਸੀ। ਸੋ ਪੰਜਾਬੀ ਜਿਹੜੀ ਯੂਐਸਏ ਦੀ ਪੂਰੀ ਟੀਮ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ 30 ਸਾਲ ਤੋਂ ਵੱਧ, 3 ਦਹਾਕੇ ਤੋਂ ਵੱਧ ਦਾ ਆਪਣਾ ਜੀਵਨ ਕਾਲ ਉਹਨਾਂ ਨੇ ਪੰਥ ਦੇ ਲੇਖੇ ਜਿਹੜਾ ਆ ਇਸ ਸੇਵਾ ਦੇ ਵਿੱਚ ਜਿਹੜਾ ਉਹ ਲਾਇਆ। ਪੰਥ ਦਾ ਉਹਨਾਂ ਦੇ ਦਿਲ ਦੇ ਵਿੱਚ ਦਰਦ ਸੀਗਾ ਤੇ ਉਹ ਦਰਦ ਉਹਨਾਂ ਨੇ ਸੇਵਾ ਦੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਇਜ਼ਹਾਰ ਜਿਹੜਾ ਉਹ ਕੀਤਾ। ਸੋ ਅਜਿਹੇ ਲੋਕਾਂ ਤੋਂ ਆਪਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਹੋਣ ਦੀ ਜ਼ਰੂਰਤ ਹੁੰਦੀ ਹੈ।